Hello students, I am Sukhvinder Kaur from Department of Economics, DGDST College, हरियाणा ਹੁਸ਼ਿਆਰਪੁਰ। ਅੱਜ ਅਸੀਂ ਨਵਾਂ ਟੌਪਿਕ ਕਰਨ ਜਾ ਰਹੇ ਹਾਂ ਕੈਪੀਟਲ ਫਾਰਮੇਸ਼ਨ, ਪੂੰਜੀ ਨਿਰਮਾਣ। ਪੂੰਜੀ ਨਿਰਮਾਣ ਕੀ ਹੈ, ਸਭ ਤੋਂ ਪਹਿਲਾਂ ਤਾਂ ਇਹ ਦੇਖਾਂਗੇ। ਕੈਪੀਟਲ ਇਜ਼ ਐਨ ਐਸੈਂਸ਼ੀਅਲ ਮੀਨ ਆਫ ਇਕਨੋਮਿਕ ਡਿਵੈਲਪਮੈਂਟ। ਆਰਥਿਕ ਵਿਕਾਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਆਰਥਿਕ ਵਿਕਾਸ ਕੈਪੀਟਲ ਫਾਰਮੇਸ਼ਨ ਤੋਂ ਬਿਨਾਂ ਪੋਸੀਬਲ ਨਹੀਂ ਹੈ। ਅਤੇ ਕੈਪੀਟਲ ਫਾਰਮੇਸ਼ਨ ਦੇ ਵਿੱਚ ਕੈਪੀਟਲ ਬਹੁਤ ਇੰਪੋਰਟੈਂਟ ਹੈ। ਜਦੋਂ ਤੁਹਾਡੇ ਕੈਪੀਟਲ ਸਟਾਕ ਦੇ ਵਿੱਚ ਵਾਧਾ ਹੁੰਦਾ ਉਹਨੂੰ ਅਸੀਂ ਕੈਪੀਟਲ ਫਾਰਮੇਸ਼ਨ ਕਹਿੰਦੇ ਹਾਂ। ਜਦੋਂ ਕੈਪੀਟਲ ਸਟਾਕ, ਕੈਪੀਟਲ ਨੂੰ ਪੂੰਜੀ ਕਹਿੰਦੇ ਆ ਪੰਜਾਬੀ ਦੇ ਵਿੱਚ, ਜਦੋਂ ਪੂੰਜੀ ਦੇ ਵਿੱਚ ਵਾਧਾ ਹੋ ਜਾਂਦਾ ਉਸ ਨੂੰ ਅਸੀਂ ਪੂੰਜੀ ਫਾਰਮੇਸ਼ਨ ਕਹਿੰਦੇ ਹਾਂ। ਕੈਪੀਟਲ ਫਾਰਮੇਸ਼ਨ ਮੀਨਸ ਇਨਕਰੀਜ਼ ਇਨ ਮਸ਼ੀਨਸ, ਇੰਸਟਰੂਮੈਂਟਸ, ਸੋਸ਼ਲ ਓਵਰਹੈਡ ਕਾਸਟ ਐਂਡ ਇਨ ਪ੍ਰੋਡਕਸ਼ਨ ਸਕਿੱਲਸ ਆਫ ਮੈਨ। ਪੂੰਜੀ ਨਿਰਮਾਣ ਕੈਪੀਟਲ ਫਾਰਮੇਸ਼ਨ ਤੋਂ ਭਾਵ ਹੁੰਦਾ ਮਸ਼ੀਨਾਂ, ਇੰਸਟਰੂਮੈਂਟਸ, ਯੰਤਰਾਂ ਅਤੇ ਸੋਸ਼ਲ ਓਵਰਹੈਡ ਕਾਸਟ, ਸਮਾਜਿਕ ਉੱਪਰੀ ਲਾਗਤ ਅਤੇ ਮਨੁੱਖਾਂ ਦੀ ਉਤਪਾਦਕ ਯੋਗਤਾਵਾਂ ਵਿੱਚ ਵਾਧਾ। ਹੁਣ ਕੈਪੀਟਲ ਕੀ ਹੁੰਦੀ, ਸਭ ਤੋਂ ਪਹਿਲਾਂ ਇਹ ਗੱਲ ਕਰਾਂਗੇ ਅਸੀਂ। ਵੈਸੇ ਅਸੀਂ ਕਹਿ ਤਾਂ ਦਿੱਤਾ ਕਿ ਕੈਪੀਟਲ ਫਾਰਮੇਸ਼ਨ ਇਕਨੋਮਿਕ ਡਿਵੈਲਪਮੈਂਟ ਲਈ ਜ਼ਰੂਰੀ ਹੈ। ਕੈਪੀਟਲ ਫਾਰਮੇਸ਼ਨ ਦੇ ਵਿੱਚ ਮਸ਼ੀਨਾਂ, ਇੰਸਟਰੂਮੈਂਟਸ ਆਦਿ ਦੇ ਵਿੱਚ ਵਾਧਾ ਹੁੰਦਾ। ਅਤੇ ਕੈਪੀਟਲ ਹੁੰਦੀ ਕੀ ਹੈ? ਕੈਪੀਟਲ ਦਾ ਨਿਰਮਾਣ ਮਨੁੱਖ ਦੁਆਰਾ ਕੀਤਾ ਜਾਂਦਾ। ਮਨੁੱਖ ਦੇ ਯਤਨਾਂ ਦੇ ਨਾਲ ਕੈਪੀਟਲ ਨੂੰ ਇਕੱਠਾ ਕੀਤਾ ਜਾਂਦਾ। ਇਕੋਨੋਮਿਕਸ ਦੇ ਵਿੱਚ ਧਨ ਦੇ, ਵੈਲਥ ਦੇ ਉਸ ਪਾਰਟ ਨੂੰ, ਉਸ ਹਿੱਸੇ ਨੂੰ ਕੈਪੀਟਲ ਕਹਿੰਦੇ ਆ ਜਿਸ ਦੇ ਦੁਆਰਾ ਉਤਪਾਦਨ ਕੀਤਾ ਜਾ ਸਕੇ। ਧਨ ਦਾ ਉਹ ਹਿੱਸਾ, ਵੈਲਥ ਦਾ ਉਹ ਹਿੱਸਾ ਜਿਸ ਦੇ ਦੁਆਰਾ ਉਤਪਾਦਨ ਕੀਤਾ ਜਾ ਸਕੇ, ਕੈਪੀਟਲ ਕਹਾਉਂਦਾ। ਹੁਣ ਆਮਦਨ ਦਾ ਜਿਹੜਾ ਹਿੱਸਾ ਖਰਚ ਨਹੀਂ ਕੀਤਾ ਜਾਂਦਾ ਉਸ ਦੀ ਸੇਵਿੰਗ ਕੀਤੀ ਜਾਂਦੀ ਹੈ। ਸੇਵਿੰਗ ਨੂੰ ਜਦੋਂ ਕੈਪੀਟਲ ਗੁੱਡਸ ਮੀਨਸ ਉਹ ਗੁੱਡਸ ਜਿਨ੍ਹਾਂ ਦੇ ਦੁਆਰਾ ਉਤਪਾਦਨ ਦੇ ਵਿੱਚ ਵਾਧਾ ਹੋ ਜਾਏ, ਲਾਈਕ ਮਸ਼ੀਨਾਂ, ਯੰਤਰਾਂ ਜਾਂ ਕਾਰਖਾਨੇ ਵਿੱਚ ਕੱਚਾ ਮਾਲ ਤਿਆਰ ਕਰਨ ਲਈ, ਕੱਚੇ ਮਾਲ ਦਾ ਸਟਾਕ ਕਰਨ ਲਈ ਜਦੋਂ ਉਸ ਧਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹਦੇ ਨਾਲ ਕੈਪੀਟਲ ਗੁੱਡਸ ਦੇ ਵਿੱਚ ਵਾਧਾ ਹੁੰਦਾ ਅਤੇ ਇਸ ਨੂੰ ਅਸੀਂ ਨਿਵੇਸ਼ ਕਹਿੰਦੇ ਹਾਂ। ਨਿਵੇਸ਼ ਜਦੋਂ ਅਸੀਂ ਕਿਸੇ ਚੀਜ਼ 'ਤੇ ਕਰਦੇ ਹਾਂ ਮੀਨਸ ਉਹਨਾਂ ਚੀਜ਼ਾਂ ਦੇ ਉੱਤੇ ਜਦੋਂ ਅਸੀਂ ਉਹਨਾਂ ਪੂੰਜੀਗਤ ਪਦਾਰਥਾਂ ਨੂੰ, ਉਹਨਾਂ ਕੈਪੀਟਲ ਗੁੱਡਸ ਨੂੰ ਖਰੀਦਦੇ ਹਾਂ ਜਿਨ੍ਹਾਂ ਦੇ ਨਾਲ ਉਤਪਾਦਨ ਦੇ ਵਿੱਚ ਵਾਧਾ ਹੋ ਜਾਏ, ਅਤੇ ਉਹਨਾਂ ਦੇ ਉੱਤੇ ਜਦੋਂ ਅਸੀਂ ਖਰਚ ਕਰਦੇ ਹਾਂ ਉਸ ਨੂੰ ਅਸੀਂ ਨਿਵੇਸ਼ ਕਹਿੰਦੇ ਹਾਂ। ਨਿਵੇਸ਼ ਜਦੋਂ ਕੀਤਾ ਜਾਂਦਾ ਅਤੇ ਉਹਦੇ ਨਾਲ ਕੈਪੀਟਲ ਗੁੱਡਸ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ, ਅਤੇ ਕੈਪੀਟਲ ਗੁੱਡਸ ਦੇ ਵਿੱਚ ਜਦੋਂ ਵਾਧਾ ਹੁੰਦਾ ਅਤੇ ਉਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਕੈਪੀਟਲ ਫਾਰਮੇਸ਼ਨ। ਸਿੰਪਲ ਜਿਹੇ ਅੱਖਰਾਂ ਦੇ ਵਿੱਚ ਤਾਂ ਇਹ ਹੈ ਕਿ ਜਦੋਂ ਅਸੀਂ ਉਹਨਾਂ ਮਸ਼ੀਨਾਂ ਦੇ ਉੱਤੇ ਜਾਂ ਉਹਨਾਂ ਕੈਪੀਟਲ ਚੀਜ਼ਾਂ ਦੇ ਉੱਤੇ ਖਰਚ ਕਰਦੇ ਹਾਂ, ਆਮਦਨ ਦਾ ਉਹ ਹਿੱਸਾ ਜਿਸ ਦੇ ਨਾਲ ਉਤਪਾਦਨ ਦੇ ਵਿੱਚ ਵਾਧਾ ਹੋਵੇ, ਉਸਨੂੰ ਅਸੀਂ ਕੈਪੀਟਲ ਫਾਰਮੇਸ਼ਨ ਕਹਿ ਦਿੰਦੇ ਹਾਂ। ਅਤੇ ਦੋ ਤਰ੍ਹਾਂ ਇਸ ਨੂੰ ਐਕਸਪਲੇਨ ਕੀਤਾ ਜਾਂਦਾ, ਇੱਕ ਲਿਮਿਟਡ ਮੀਨਿੰਗ ਹੈ ਅਤੇ ਇੱਕ ਬਰੋਡਰ ਮੀਨਿੰਗ ਹੈ। ਥੋੜ੍ਹਾ ਜਿਹਾ ਸੀਮਿਤ ਅਰਥਾਂ ਦੇ ਵਿੱਚ ਤਾਂ ਅਸੀਂ ਕਹਿ ਦਿੰਦੇ ਹਾਂ ਮਸ਼ੀਨਾਂ ਦੇ ਉੱਪਰ, ਇਮਾਰਤਾਂ ਅਤੇ ਫੈਕਟਰੀਆਂ, ਕੱਚਾ ਮਾਲ ਦਾ ਸਟਾਕ ਇਕੱਠਾ ਕਰਨ ਦੇ ਉੱਤੇ ਜਿਹੜਾ ਖਰਚਾ ਕੀਤਾ ਜਾਂਦਾ ਉਹ ਪੂੰਜੀ ਨਿਰਮਾਣ ਹੁੰਦਾ। ਪਰ ਜਦੋਂ ਅਸੀਂ ਥੋੜ੍ਹਾ ਜਿਹਾ ਬਰੋਡਰ ਮੀਨਿੰਗ ਲੈਂਦੇ ਹਾਂ ਤਾਂ ਇਮਾਰਤਾਂ, ਮਸ਼ੀਨਾਂ, ਫੈਕਟਰੀਆਂ ਅਤੇ ਕੱਚਾ ਮਾਲ ਦਾ ਸਟਾਕ ਕਰਨ ਲਈ ਖਰਚ ਦੇ ਨਾਲ ਨਾਲ ਜਦੋਂ ਅਸੀਂ ਸੋਸ਼ਲ ਓਵਰਹੈਡ ਕਾਸਟ, ਜਿਹੜੀਆਂ ਸਾਡੀ ਡਿਵੈਲਪਮੈਂਟ ਦੇ ਲਈ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ, ਲਾਈਕ ਸੜਕਾਂ, ਪੁਲਾਂ ਦਾ ਨਿਰਮਾਣ, ਰੇਲਾਂ, ਰੇਲਵੇ ਲਾਈਨਸ ਦਾ ਨਿਰਮਾਣ, ਨਹਿਰਾਂ ਦਾ ਨਿਰਮਾਣ, ਜਦੋਂ ਇਹ ਕੀਤਾ ਜਾਂਦਾ ਇਹਨੂੰ ਅਸੀਂ ਸੋਸ਼ਲ ਓਵਰਹੈਡ ਕਾਸਟ ਕਹਿੰਦੇ ਹਾਂ। ਅਤੇ ਜਦੋਂ ਇਹ ਵੀ ਅਸੀਂ ਮਸ਼ੀਨਾਂ, ਇਮਾਰਤਾਂ, ਫੈਕਟਰੀਆਂ ਦੇ ਨਾਲ ਇਹ ਵੀ ਇਨਕਲੂਡ ਕਰ ਦਿੰਦੇ ਹਾਂ ਅਤੇ ਇਹ ਵੀ ਕੈਪੀਟਲ ਫਾਰਮੇਸ਼ਨ ਕਹਾਉਂਦਾ। ਇਹ ਕੈਪੀਟਲ ਫਾਰਮੇਸ਼ਨ ਦਾ ਥੋੜ੍ਹਾ ਜਿਹਾ ਬਰੋਡਰ ਮੀਨਿੰਗ ਹੈ, ਥੋੜ੍ਹੀ ਉਹਦੀ ਵਿਸਤ੍ਰਿਤ ਧਾਰਨਾ ਆ। ਇਹ ਥੋੜ੍ਹੀ ਜਿਹੀ ਕੈਪੀਟਲ ਫਾਰਮੇਸ਼ਨ ਦੀ ਡਿਟੇਲ ਦੇ ਵਿੱਚ ਜਿਹੜੀ ਐਕਸਪਲੇਨੇਸ਼ਨ ਹੋ ਜਾਂਦੀ ਹੈ। ਬਹੁਤ ਸਾਰੇ ਇਕੋਨੋਮਿਸਟਸ ਜਿਹੜੇ ਆ ਉਹ ਕੈਪੀਟਲ ਫਾਰਮੇਸ਼ਨ ਨੂੰ ਅਲੱਗ-ਅਲੱਗ ਤਰ੍ਹਾਂ ਐਕਸਪਲੇਨ ਕਰਦੇ ਆ। ਪ੍ਰੋਫੈਸਰ ਟਡਾਰੋ ਨੇ ਕਿਹਾ ਸੀਗਾ ਕਿ ਪੂੰਜੀ ਨਿਰਮਾਣ ਉਸ ਸਮੇਂ ਹੁੰਦਾ ਜਦੋਂ ਵਰਤਮਾਨ ਆਮਦਨ ਦਾ ਕੁਝ ਹਿੱਸਾ ਪਹਿਲਾਂ ਅਸੀਂ ਬਚਾ ਲੈਂਦੇ ਹਾਂ, ਫਿਰ ਉਹਨੂੰ ਅਸੀਂ ਭਵਿੱਖ ਲਈ, ਆਮਦਨ ਕਮਾਉਣ ਲਈ ਅਤੇ ਉਤਪਾਦਨ ਵਧਾਉਣ ਲਈ ਨਿਵੇਸ਼ ਕਰ ਦਿੰਦੇ ਹਾਂ। ਅਤੇ ਉਹ ਨਿਵੇਸ਼ ਜਦੋਂ ਅਸੀਂ ਫੈਕਟਰੀਆਂ ਦੇ ਵਿੱਚ, ਮਸ਼ੀਨਾਂ ਦੇ ਵਿੱਚ, ਰॉ ਮਟੀਰੀਅਲ ਨੂੰ ਖਰੀਦਣ ਦੇ ਵਿੱਚ ਕਰਦੇ ਹਾਂ ਅਤੇ ਸੋਸ਼ਲ ਓਵਰਹੈਡ ਕਾਸਟ ਦੇ ਉੱਪਰ ਕਰਦੇ ਹਾਂ ਤਾਂ ਉਸ ਨੂੰ ਅਸੀਂ ਕੀ ਕਹਿ ਦਿੰਦੇ ਹਾਂ? ਕੈਪੀਟਲ ਫਾਰਮੇਸ਼ਨ। ਹੁਣ ਨੈਕਸਟ ਟੌਪਿਕ ਜਿਹੜਾ ਅਸੀਂ ਕਰਨ ਜਾ ਰਹੇ ਹਾਂ ਉਹ ਹੈਗਾ ਕਿ ਕੈਪੀਟਲ ਫਾਰਮੇਸ਼ਨ ਹੈ ਜਿਹੜੀ ਪੂੰਜੀ ਨਿਰਮਾਣ ਤਾਂ ਆਪਾਂ ਕਰਦੇ ਹਾਂ, ਪੂੰਜੀ ਨਿਰਮਾਣ ਆ ਜਿਹੜਾ ਉਸ ਦੀ ਇੰਪੋਰਟੈਂਸ ਕੀ ਹੈ? ਇੰਪੋਰਟੈਂਸ ਆਫ ਕੈਪੀਟਲ ਫਾਰਮੇਸ਼ਨ। ਪੂੰਜੀ, ਜਦੋਂ ਅਸੀਂ ਆਪਣੀ ਆਮਦਨ ਦਾ ਇੱਕ ਹਿੱਸਾ ਬਚਾਇਆ, ਉਸ ਬਚੇ ਹਿੱਸੇ ਨੂੰ ਅਸੀਂ
ਉਹਨਾਂ ਗੁਡਸ ਨੂੰ ਖਰੀਦਣ ਦੇ ਵਿੱਚ ਖਰਚ ਕਰ ਦਿੱਤਾ ਜਿਹਦੇ ਨਾਲ ਉਤਪਾਦਨ ਦੇ ਵਿੱਚ ਵਾਧਾ ਹੋ ਜਾਏ। ਅਤੇ ਜਦੋਂ ਉਹ ਕੈਪੀਟਲ ਗੁਡਸ ਦਾ ਸਟਾਕ ਇੱਕ ਵੱਧ ਗਿਆ, ਉਸ ਨੂੰ ਅਸੀਂ ਕਹਿ ਦਿੱਤਾ ਕੈਪੀਟਲ ਫਾਰਮੇਸ਼ਨ। ਹੁਣ ਕੈਪੀਟਲ ਫਾਰਮੇਸ਼ਨ ਦਾ ਕੀ ਮਹੱਤਵ ਆ, ਉਹਦੀ ਮਹੱਤਤਾ ਕੀ ਹੈ, ਇੰਪੋਰਟੈਂਸ ਕੀ ਹੈ? ਸਭ ਤੋਂ ਪਹਿਲੀ ਤਾਂ ਇਹ ਆ ਕਿ ਰੈਪਿਡ ਇਨਕਰੀਜ਼ ਇਨ ਇਕਨੋਮਿਕ ਡਿਵੈਲਪਮੈਂਟ। ਆਰਥਿਕ ਵਿਕਾਸ ਤਾਂ ਹੁੰਦਾ ਪਿਆ, ਪਰ ਜਦੋਂ ਤੁਸੀਂ ਕੈਪੀਟਲ ਫਾਰਮੇਸ਼ਨ ਵੀ ਕਰਦੇ ਹੋ ਤਾਂ ਤੁਹਾਡਾ ਆਰਥਿਕ ਵਿਕਾਸ ਦੀ ਗਤੀ ਨੂੰ ਤੇਜ਼ੀ ਮਿਲ ਜਾਂਦੀ ਹੈ। ਜਦੋਂ ਤੁਸੀਂ ਸੇਵਿੰਗ ਕਰੋਗੇ, ਫਿਰ ਤੁਸੀਂ ਇਨਵੈਸਟਮੈਂਟ ਕਰੋਗੇ। ਇਨਵੈਸਟਮੈਂਟ ਜਦੋਂ ਤੁਸੀਂ ਕਰਦੇ ਆ ਅਤੇ ਉਸ 'ਤੇ ਕਰਕੇ ਤੁਹਾਡੀ ਮਸ਼ੀਨਰੀ, ਤੁਹਾਡੀਆਂ ਮਾਡਰਨ ਇਕਵਿਪਮੈਂਟਸ, ਉਹਦੇ ਵਿੱਚ ਰॉ ਮਟੀਰੀਅਲ ਦਾ ਸਟਾਕ ਜਿਹੜਾ ਉਹ ਇਕੱਠਾ ਹੁੰਦਾ, ਅਤੇ ਇਸ ਸਾਰੇ ਦੇ ਕਰਕੇ ਜਿਹੜੀ ਇਕਨੋਮਿਕ ਡਿਵੈਲਪਮੈਂਟ ਆ ਉਹ ਤੇਜ਼ ਹੋ ਜਾਂਦੀ ਹੈ। ਉਤਪਾਦਨ ਨੂੰ ਵਧਾਉਣ ਲਈ ਆਪਾਂ ਦੋ ਚੀਜ਼ਾਂ ਕਰਦੇ ਹਾਂ। ਇੱਕ ਅਸੀਂ ਕਰਦੇ ਹਾਂ ਪੂੰਜੀ ਗਹਿਣ, ਕੈਪੀਟਲ ਡੀਪਨਿੰਗ। ਇਹਦੇ ਕਰਕੇ ਵਰਤਮਾਨ ਜਿਹੜੇ ਤੁਹਾਡੇ ਕੰਮ ਕਰਨ ਵਾਲੇ ਲੇਬਰਰਸ ਹੈਗੇ ਆ, ਉਹਨਾਂ ਨੂੰ ਚੰਗੀਆਂ ਮਸ਼ੀਨਾਂ ਮਿਲ ਜਾਂਦੀਆਂ, ਉਹਨਾਂ ਨੂੰ ਉਹਨਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਹੁਣ ਜਦੋਂ ਚੰਗੀਆਂ ਮਸ਼ੀਨਾਂ, ਚੰਗੀਆਂ ਸਿਖਲਾਈਆਂ ਉਹਨਾਂ ਨੂੰ ਪ੍ਰਾਪਤ ਹੋਣਗੀਆਂ ਤਾਂ ਬਿਨਾਂ ਸ਼ੱਕ ਇਕਨੋਮਿਕ ਡਿਵੈਲਪਮੈਂਟ ਆ ਜਿਹੜੀ ਉਹਨੂੰ ਤੇਜ਼ੀ ਜਿਹੜੀ ਆ ਉਹ ਪ੍ਰਾਪਤ ਹੋਏਗੀ। ਅਤੇ ਦੂਸਰਾ ਕੈਪੀਟਲ ਵਾਈਡਨਿੰਗ ਦੇ ਵਿੱਚ ਅਸੀਂ ਕਿਰਤੀਆਂ ਨੂੰ ਰੁਜ਼ਗਾਰ ਦੇਣ ਲਈ ਮਸ਼ੀਨਾਂ ਅਤੇ ਯੰਤਰਾਂ ਦਾ ਜਿਹੜਾ ਪ੍ਰਯੋਗ ਕੀਤਾ ਜਾਂਦਾ, ਅਤੇ ਇਸ ਦੇ ਨਾਲ ਇਸਪਾਤ, ਰਸਾਇਣ, ਇਲੈਕਟ੍ਰੋਨਿਕ ਆਦਿ ਬਹੁਤ ਸਾਰੇ ਅਧਿਕ ਪੂੰਜੀ ਦੀ ਲੋੜ ਹੁੰਦੀ ਹੈ। ਅਤੇ ਜਦੋਂ ਇਹ ਪੂੰਜੀ ਦੇ ਵਿੱਚ ਵਾਧਾ ਹੁੰਦਾ ਤਾਂ ਇਹਦੇ ਨਾਲ ਇਕਨੋਮਿਕ ਡਿਵੈਲਪਮੈਂਟ ਜਿਹੜੀ ਆ ਉਹ ਹੋਰ ਤੇਜ਼ ਹੋ ਜਾਂਦੀ ਹੈ। ਨੈਕਸਟ ਹੈਗਾ ਜੀ ਰੁਜ਼ਗਾਰ ਵਿੱਚ ਵਾਧਾ। ਦੇਖੋ ਕੈਪੀਟਲ ਫਾਰਮੇਸ਼ਨ ਅਸੀਂ ਕੀ ਕਹੀ ਹੈ, ਕੈਪੀਟਲ ਫਾਰਮੇਸ਼ਨ ਦੇ ਵਿੱਚ ਅਸੀਂ ਸੇਵਿੰਗ ਨੂੰ ਖਰਚ ਕਰਦੇ ਹਾਂ, ਨਿਵੇਸ਼ ਕਰਦੇ ਹਾਂ ਅਸੀਂ ਉਹਨਾਂ ਪੂੰਜੀਗਤ ਪਦਾਰਥਾਂ ਦੇ ਵਿੱਚ ਜਿਨ੍ਹਾਂ ਦੇ ਨਾਲ ਉਤਪਾਦਨ ਦੇ ਵਿੱਚ ਵਾਧਾ ਹੁੰਦਾ। ਅਤੇ ਜਦੋਂ ਤੁਸੀਂ ਇਨਵੈਸਟ ਕਰੋਗੇ ਤਾਂ ਬਿਨਾਂ ਸ਼ੱਕ ਉਹਦੇ ਨਾਲ ਉਤਪਾਦਨ ਦੇ ਜਿਹੜੇ ਮੌਕੇ ਆ ਉਹ ਵੀ ਵਧਣਗੇ। ਜਦੋਂ ਉਤਪਾਦਨ ਵਧੂਗਾ ਤਾਂ ਰੁਜ਼ਗਾਰ ਆ ਜਿਹੜਾ ਉਹ ਵੀ ਵੱਧ ਜਾਏਗਾ। ਆਰਥਿਕ ਵਿਕਾਸ ਦੀ ਉੱਚੀ ਅਵਸਥਾ ਦੀ ਪ੍ਰਾਪਤੀ। ਆਰਥਿਕ ਵਿਕਾਸ ਦੀਆਂ ਫਰੈਡਰਿਕ ਲਿਸਟ ਇਕੋਨਮਿਸਟ ਹੈਗੇ ਆ, ਉਹਨੇ 5 ਅਵਸਥਾਵਾਂ ਦੱਸੀਆਂ। ਪਹਿਲੀ ਅਵਸਥਾ ਦੱਸੀ ਸੀ ਸ਼ਿਕਾਰ ਅਤੇ ਮੱਛੀ ਪਕੜਨ ਦੀ ਅਵਸਥਾ। ਦੂਸਰੀ ਸੀ ਪਸ਼ੂ ਪਾਲਣ ਦੀ ਅਵਸਥਾ। ਤੀਜੀ ਸੀ ਖੇਤੀ ਅਵਸਥਾ। ਚੌਥੀ ਉਦਯੋਗਿਕ ਅਵਸਥਾ। ਅਤੇ ਪੰਜਵੀਂ ਦੱਸੀ ਕਮਰਸ਼ੀਅਲ ਸਟੇਜ, ਵਿਵਸਾਇਕ ਅਵਸਥਾ। ਆਰਥਿਕ ਵਿਕਾਸ ਦੀ ਹਰੇਕ ਅਵਸਥਾ ਆਪਣੇ ਤੋਂ ਪਿਛੜੀ ਅਵਸਥਾ ਤੋਂ ਵਧੀਆ ਆ। ਹਰੇਕ ਸਟੇਜ, ਜਦੋਂ ਅਸੀਂ ਸੈਕਿੰਡ ਸਟੇਜ 'ਚ ਜਾਂਦੇ ਹਾਂ, 5 ਸਟੇਜਸ ਦੇ ਦੱਸੀਆਂ, ਜਦੋਂ ਅਸੀਂ ਨੈਕਸਟ ਸਟੇਜ ਦੇ ਵਿੱਚ ਜਾਂਦੇ ਹਾਂ ਤਾਂ ਹਰੇਕ ਅਗਲੀ ਸਟੇਜ ਦੇ ਵਿੱਚ ਜਿਹੜੀ ਕੈਪੀਟਲ ਆ ਉਹਦੇ ਵਿੱਚ ਵਾਧਾ ਹੁੰਦਾ ਪਿਆ। ਮੀਨਸ ਜਦੋਂ ਤੁਹਾਡੀ ਕੈਪੀਟਲ ਫਾਰਮੇਸ਼ਨ ਦੇ ਵਿੱਚ ਵਾਧਾ ਹੁੰਦਾ ਤਾਂ ਤੁਸੀਂ ਇਕਨੋਮਿਕ ਡਿਵੈਲਪਮੈਂਟ ਦੀਆਂ ਨੈਕਸਟ ਸਟੇਜਸ ਦੇ ਵਿੱਚ ਐਂਟਰ ਕਰਦੇ ਹੋ, ਅਦਰਵਾਈਜ਼ ਇਹ ਜਿਹੜਾ ਪੋਸੀਬਲ ਨਹੀਂ ਹੋਣਾ ਸੀ। ਇਸੇ ਤਰ੍ਹਾਂ ਪ੍ਰੋਫੈਸਰ ਰੋਸਟੋ ਨੇ 5 ਸਟੇਜਸ ਦੱਸੀਆਂ। ਪਹਿਲੀ ਪਰੰਪਰਾਗਤ ਸਮਾਜ ਦੀ ਸਟੇਜ ਹੈ, ਟ੍ਰੈਡੀਸ਼ਨਲ ਸੁਸਾਇਟੀ ਹੈ। ਦੂਸਰੀ ਆਤਮ ਸਫੁਰਤੀ ਦੀ ਪੂਰਵ ਸਥਿਤੀ ਹੈ, ਪ੍ਰੀ ਕੰਡੀਸ਼ਨ ਟੂ ਟੇਕ ਆਫ ਹੈ। ਤੀਸਰੀ ਆਤਮ ਸਫੁਰਤੀ ਹੈ, ਟੇਕ ਆਫ ਹੈ। ਚੌਥੀ ਸਵੈਚਾਲਿਤ ਉੱਨਤੀ ਹੈ, ਡਰਾਈਵ ਟੂ ਮੈਚਿਓਰਿਟੀ ਹੈ। ਅਤੇ ਪੰਜਵੀਂ ਸਟੇਜ ਹੈਗੀ ਵਧੇਰੇ ਮਾਤਰਾ ਵਿੱਚ ਵਿਸ਼ਾਲ ਉਪਭੋਗ ਦੀ ਅਵਸਥਾ, ਦੀ ਸਟੇਜ ਆਫ ਹਾਈ ਮਾਸ ਕੰਜੰਪਸ਼ਨ। ਅਤੇ ਇਹਨਾਂ ਸਟੇਜਸ ਨੂੰ ਜਦੋਂ ਅਸੀਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ, ਖੈਰ ਸਾਡੇ ਸਿਲੇਬਸ ਦੇ ਵਿੱਚ ਰੋਸਟੋ ਸਟੇਜਸ ਤਾਂ ਸਾਡੇ ਸਿਲੇਬਸ ਦੇ ਵਿੱਚ ਅਲੱਗ ਟੋਪਿਕ ਵੀ ਹੈ, ਉੱਥੇ ਆਪਾਂ ਡਿਟੇਲ 'ਚ ਪੜ੍ਹਾਂਗੇ। ਜਦੋਂ ਆਪਾਂ ਅਗਲੀ ਸਟੇਜ 'ਚ ਜਾਂਦੇ ਹਾਂ ਤਾਂ ਹਰੇਕ ਸਟੇਜ ਦੇ ਵਿੱਚ ਜਦੋਂ ਕੈਪੀਟਲ ਫਾਰਮੇਸ਼ਨ ਦੇ ਵਿੱਚ ਵਾਧਾ ਹੁੰਦਾ ਤਾਂ ਅਗਲੀ ਸਟੇਜ ਦੇ ਵਿੱਚ ਸਾਡੀ ਜਿਹੜੀ ਐਂਟਰੀ ਆ ਉਹ ਹੁੰਦੀ ਹੈ। ਇਟ ਮੀਨਸ ਜਿਹੜੀ ਵੀ ਸਾਡੀ ਹਾਇਰ ਸਟੇਜ ਹੈ ਇਕਨੋਮਿਕ ਡਿਵੈਲਪਮੈਂਟ ਦੀ, ਉਹ ਕੈਪੀਟਲ ਫਾਰਮੇਸ਼ਨ ਤੋਂ ਬਿਨਾਂ ਅਚੀਵ ਨਹੀਂ ਕੀਤੀ ਜਾ ਸਕਦੀ। ਨੈਕਸਟ ਹੈਗਾ ਜੀ ਮਨੁੱਖੀ ਪੂੰਜੀ ਦਾ ਨਿਰਮਾਣ। ਜਦੋਂ ਕੈਪੀਟਲ ਫਾਰਮੇਸ਼ਨ ਕੀਤੀ ਜਾਏਗੀ ਤਾਂ ਇਸ ਦੇ ਨਾਲ ਨਾਲ ਸੋਸ਼ਲ ਓਵਰਹੈਡ ਕਾਸਟ ਦੇ ਉੱਤੇ ਵੀ ਖਰਚਾ ਹੋਏਗਾ, ਰੋਡ ਪੁਲ ਆਦਿ ਬਣਾਉਣ 'ਤੇ ਵੀ ਖਰਚਾ ਕੀਤਾ ਜਾਏਗਾ। ਅਤੇ ਇਸ ਦੇ ਨਾਲ ਨਾਲ ਸਿਹਤ, ਸਿੱਖਿਆ, ਸਮਾਜਿਕ ਸੇਵਾਵਾਂ, ਸਮਾਜਿਕ ਕਲਿਆਣ ਆਦਿ 'ਤੇ ਵੀ ਖਰਚ ਕੀਤਾ ਜਾਏਗਾ। ਅਤੇ ਇਸ ਦੇ ਨਾਲ ਫਿਰ ਸਾਡੀ ਜਿਹੜੀ ਹਿਊਮਨ ਕੈਪੀਟਲ ਆ ਉਹਦਾ ਵੀ ਨਿਰਮਾਣ ਹੋ ਜਾਏਗਾ। ਨੈਕਸਟ ਹੈਗਾ ਜੀ ਦੋਹਰਾ ਪ੍ਰਭਾਵ, ਡਬਲ ਟਾਸਕ। ਹੈਰੋਡੋਮਰ ਨੇ ਕਿਹਾ ਸੀ ਕਿ ਪੂੰਜੀ ਨਿਰਮਾਣ ਨਾਲ ਆਰਥਿਕ ਵਿਕਾਸ ਵਿੱਚ ਦੋਹਰਾ ਕੰਮ ਹੁੰਦਾ। ਇੱਕ ਤਾਂ ਨਿਵੇਸ਼ ਹੁੰਦਾ, ਜਦੋਂ ਨਿਵੇਸ਼ ਹੋਏਗਾ ਤਾਂ ਬਿਨਾਂ ਸ਼ੱਕ ਇੰਪਲਾਈਮੈਂਟ ਜਨਰੇਟ ਹੋਏਗੀ, ਉਹਦੇ ਨਾਲ ਫਿਰ ਤੁਹਾਡੀ ਇਨਕਮ ਹੋਏਗੀ ਤਾਂ ਡਿਮਾਂਡ ਦੇ ਵਿੱਚ ਵਾਧਾ ਹੋਏਗਾ। ਅਤੇ ਦੂਸਰਾ ਜਦੋਂ ਇਨਵੈਸਟ ਕੀਤਾ ਜਾਏਗਾ, ਇਨਵੈਸਟਮੈਂਟ ਕੀਤੀ ਜਾਏਗੀ ਤਾਂ ਉਤਪਾਦਨ ਹੋਏਗਾ ਅਤੇ ਪੂਰਤੀ ਦੇ ਵਿੱਚ ਵਾਧਾ ਹੋਏਗਾ। ਮੀਨਸ ਕੈਪੀਟਲ ਫਾਰਮੇਸ਼ਨ ਦੇ ਨਾਲ ਡਿਮਾਂਡ ਦੇ ਵਿੱਚ ਵੀ ਵਾਧਾ ਹੋ ਜਾਂਦਾ ਅਤੇ ਸਪਲਾਈ ਦੇ ਵਿੱਚ ਵੀ ਵਾਧਾ ਹੋ ਜਾਂਦਾ। ਅਤੇ ਜਦੋਂ ਡਿਮਾਂਡ ਅਤੇ ਸਪਲਾਈ ਦੋਨਾਂ ਦੇ ਵਿੱਚ ਵਾਧਾ ਹੁੰਦਾ ਪਿਆ ਅਤੇ ਇਨਫਲੇਸ਼ਨ ਵਰਗੀ ਸਥਿਤੀ ਹੈ ਜਿਹੜੀ
ਮੁਦਰਾ ਸਫੀਤੀ ਵਰਗੀ ਸਥਿਤੀ, ਕੀਮਤ ਸਫੀਤੀ ਜਿਹੜੀ ਆ ਉਹ ਵੀ ਨਹੀਂ ਆਉਂਦੀ। ਨੈਕਸਟ ਹੈਗਾ ਜੀ ਟੈਕਨੀਕਲ ਪ੍ਰੋਗਰੈਸ। ਕੈਪੀਟਲ ਫਾਰਮੇਸ਼ਨ ਜਦੋਂ ਕੀਤੀ ਜਾਂਦੀ ਹੈ ਅਤੇ ਹਮੇਸ਼ਾ ਜਿਹੜੀ ਵੀ ਨਵੀਂ ਟੈਕਨੀਕ ਆਉਂਦੀ ਹੈ ਫਿਰ ਉਹਦੇ ਵਿੱਚ ਇਨਵੈਸਟ ਕੀਤਾ ਜਾਂਦਾ, ਅਤੇ ਜਿਸ ਦੇ ਨਾਲ ਫਿਰ ਸਾਡੀ ਟੈਕਨੋਲੋਜੀਕਲ ਪ੍ਰੋਗਰੈਸ ਹੋ ਜਾਂਦੀ ਹੈ, ਜਿਹਦੇ ਨਾਲ ਸਾਡੀ ਕੋਸਟ ਨੈਕਸਟ ਹਰੇਕ ਸਟੇਜ ਦੇ ਵਿੱਚ ਹਰੇਕ ਜਗ੍ਹਾ ਹਰੇਕ ਵਾਰ ਸਾਡੀ ਕੋਸਟ ਆਫ ਪ੍ਰੋਡਕਸ਼ਨ ਘਟਣ ਲੱਗਦੀ ਹੈ ਅਤੇ ਸਾਡੀ ਆਊਟਪੁੱਟ ਆ ਜਿਹੜੀ ਉਹ ਜ਼ਿਆਦਾ ਵਧਣ ਲੱਗਦੀ ਹੈ। ਨੈਕਸਟ ਹੈਗਾ ਜੀ ਕ੍ਰੀਏਸ਼ਨ ਆਫ ਇਕਨੋਮਿਕ ਐਂਡ ਸੋਸ਼ਲ ਓਵਰਹੈਡ ਕੈਪੀਟਲ। ਉੱਪਰ ਪੂੰਜੀ ਦੇ ਖਰਚ ਦਾ ਆਰਥਿਕ ਅਤੇ ਸਮਾਜਿਕ ਨਿਰਮਾਣ। ਜਦੋਂ ਹੁਣ ਇਕਨੋਮਿਕ ਡਿਵੈਲਪਮੈਂਟ ਦੀ ਗੱਲ ਆਉਂਦੀ ਹੈ, ਰੋਡਸ, ਟਰਾਂਸਪੋਰਟੇਸ਼ਨ ਦੇ ਸਾਧਨ, ਇਲੈਕਟ੍ਰੀਸਿਟੀ, ਬਿਜਲੀ ਘਰਾਂ ਦੇ ਉੱਤੇ ਆਦਿ ਸਭ ਦੇ ਉੱਤੇ ਖਰਚ ਕੀਤਾ ਜਾਂਦਾ, ਇਹਨਾਂ ਸਾਰਿਆਂ ਦਾ ਮਹੱਤਵ ਵੱਧ ਜਾਂਦਾ। ਅਤੇ ਇਸ ਦੇ ਤਰ੍ਹਾਂ ਸਾਡੀ ਜਿਹੜੀ ਸੋਸ਼ਲ ਓਵਰਹੈਡ ਕਾਸਟ ਆ, ਪੂੰਜੀ ਦੇ ਨਿਰਮਾਣ ਦੇ ਵਿੱਚ ਵੀ ਕੈਪੀਟਲ ਫਾਰਮੇਸ਼ਨ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਨੈਕਸਟ ਹੈ ਸੈਲਫ ਰਿਲਾਇੰਸ। ਜਦੋਂ ਅਸੀਂ ਆਪਣੀ ਸੇਵਿੰਗ ਨੂੰ ਨਿਵੇਸ਼ ਕਰਕੇ ਕੈਪੀਟਲ ਫਾਰਮੇਸ਼ਨ ਕਰਦੇ ਹਾਂ ਅਤੇ ਇਸ ਦੇ ਨਾਲ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਆ ਕਿ ਅਸੀਂ ਬਹੁਤ ਸਾਰੇ ਪ੍ਰੋਡਕਟਸ ਜਿਹੜੇ ਅਸੀਂ ਅਦਰਵਾਈਜ਼ ਫੋਰਨ ਕੰਟਰੀਜ਼ ਤੋਂ ਇੰਪੋਰਟ ਕਰਦੇ ਹਾਂ ਉਹ ਅਸੀਂ ਆਪਣੇ ਪ੍ਰੋਡਿਊਸ ਕਰ ਲਈਏ। ਇਹਦੇ ਨਾਲ ਸਾਡੇ ਬੈਲੈਂਸ ਆਫ ਪੇਮੈਂਟ, ਸਾਡੇ ਭੁਗਤਾਨ ਬਾਕੀ ਦੇ ਫੇਵਰੇਬਲ ਅਨੁਕੂਲ ਹੋਣ ਦੇ ਚਾਂਸਿਸ ਜਿਹੜੇ ਆ ਬਣ ਜਾਂਦੇ ਆ। ਸਾਡੀ ਵਿਦੇਸ਼ਾਂ ਦੇ ਉੱਤੇ ਜਿਹੜੀ ਡਿਪੈਂਡੈਂਸ ਆ ਉਹ ਘੱਟ ਜਾਂਦੀ ਹੈ। ਨੈਕਸਟ ਹੈਗਾ ਜੀ ਇਕਨੋਮਿਕ ਵੈਲਫੇਅਰ। ਕੈਪੀਟਲ ਫਾਰਮੇਸ਼ਨ ਦੇ ਨਾਲ ਰੁਜ਼ਗਾਰ ਦੇ ਵੱਧ ਮੌਕੇ ਹੋਣਗੇ। ਜਦੋਂ ਇੰਪਲਾਈਮੈਂਟ ਦੇ ਵੱਧ ਮੌਕੇ ਹੋਣਗੇ ਤਾਂ ਬਿਨਾਂ ਸ਼ੱਕ ਇਨਕਮ ਵਧੇਗੀ। ਇਨਕਮ ਵਧਣ ਦੇ ਨਾਲ ਸਟੈਂਡਰਡ ਆਫ ਲਿਵਿੰਗ ਦੇ ਵਿੱਚ ਇੰਪਰੂਵਮੈਂਟ ਆਉਂਦੀ ਹੈ। ਇਕਨੋਮਿਕ ਵੈਲਫੇਅਰ ਆ ਜਿਹੜਾ ਉਹ ਪੋਸੀਬਲ ਹੋ ਜਾਂਦਾ। ਨੈਕਸਟ ਹੈਗਾ ਜੀ ਪ੍ਰੋਪਰ ਯੂਜ਼ ਆਫ ਨੈਚੁਰਲ ਰਿਸੋਰਸਿਸ। ਜਦੋਂ ਅਸੀਂ ਇਨਵੈਸਟ ਕਰਕੇ ਨਵੀਆਂ ਮਸ਼ੀਨਾਂ, ਨਵੇਂ ਉਦਯੋਗ ਸਥਾਪਿਤ ਕਰਦੇ ਆ ਕੈਪੀਟਲ ਫਾਰਮੇਸ਼ਨ ਦੇ ਦੁਆਰਾ, ਅਤੇ ਇਸ ਦੇ ਨਾਲ ਜਿਹੜੇ ਸਾਡੇ ਨੈਚੁਰਲ ਰਿਸੋਰਸਿਸ ਆ ਉਹਨਾਂ ਦੀ ਵੀ ਸਹੀ ਅਤੇ ਯੋਗ ਵਰਤੋਂ ਆ ਜਿਹੜੀ ਉਹ ਪੋਸੀਬਲ ਹੋ ਜਾਂਦੀ ਹੈ। ਇਸ ਤਰ੍ਹਾਂ ਕੈਪੀਟਲ ਫਾਰਮੇਸ਼ਨ ਹੈ ਜਿਹੜੀ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ, ਆਰਥਿਕ ਵਿਕਾਸ ਦੇ ਵਿੱਚ ਹਰੇਕ ਤਰ੍ਹਾਂ ਰੋਲ ਪਲੇ ਕਰਦੀ ਹੈ। ਇੰਪਲਾਈਮੈਂਟ ਨੂੰ ਵੀ ਜਨਰੇਟ ਕਰਦੀ ਹੈ, ਪ੍ਰੋਡਕਸ਼ਨ ਦੇ ਵਿੱਚ ਵੀ ਵਾਧਾ ਕਰਦੀ ਹੈ, ਸੋਸ਼ਲ ਓਵਰਹੈਡ ਕਾਸਟ ਨੂੰ ਇੰਪਰੂਵ ਕਰਨ ਦੇ ਵਿੱਚ ਵੀ ਹੈਲਪ ਕਰਦੀ ਹੈ, ਫੋਰਨ ਕੰਟਰੀਜ਼ ਦੇ ਉੱਪਰ ਡਿਪੈਂਡੈਂਸ ਵੀ ਘਟਾ ਦਿੰਦੀ ਹੈ, ਅਤੇ ਨੈਚੁਰਲ ਰਿਸੋਰਸਿਸ ਦਾ ਸਹੀ ਯੂਜ਼ ਆ ਜਿਹੜਾ ਉਹ ਵੀ ਪੋਸੀਬਲ ਹੋ ਜਾਂਦਾ। ਇਸ ਤਰ੍ਹਾਂ ਕੈਪੀਟਲ ਫਾਰਮੇਸ਼ਨ ਕਿਸੇ ਵੀ ਇਕੋਨਮੀ ਦੇ ਵਿੱਚ, ਇਕੋਨਮੀ ਦੀ ਇਕਨੋਮਿਕ ਗਰੋਥ ਦੇ ਵਿੱਚ ਬਹੁਤ, ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਥੈਂਕ ਯੂ ਸੋ ਮਚ।